ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਾਠ ਨੰਬਰ 17 ਯੂਰਪੀਅਨ ਦਾ ਭਾਰਤ ਵਿੱਚ ਆਗਮਨ ਅਤੇ ਉਹਨਾਂ ਵਿੱਚ ਸਰਬਉੱਚ ਉੱਚਤਾ ਦੇ ਲਈ ਸੰਘਰਸ਼। ਸ਼ੁਰੂ ਕਰਦੇ ਹਾਂ। ਯੂਰਪ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਭਾਰਤ ਆਏ। ਪੁਰਤਗਾਲ ਦੇ ਰਾਜਾ ਦੀ ਆਗਿਆ ਅਨੁਸਾਰ ਵਾਸਕੋ ਡੀ ਗਾਮਾ 1498 ਈਸਵੀ ਵਿੱਚ ਭਾਰਤ ਦੇ ਪੱਛਮੀ ਤੱਟ 'ਤੇ ਕਾਲੀਕਟ ਪਹੁੰਚਿਆ। ਅਲਬੁਕਰਕ 1509 ਈਸਵੀ ਵਿੱਚ ਪੁਰਤਗਾਲੀਆਂ ਦਾ ਭਾਰਤ ਵਿੱਚ ਗਵਰਨਰ ਬਣਿਆ। ਉਸ ਨੇ 1510 ਈਸਵੀ ਵਿੱਚ ਗੋਆ ਨੂੰ ਜਿੱਤ ਕੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਡੱਚ ਹਾਲੈਂਡ ਦੇ ਵਾਸੀ ਸਨ। 1602 ਈਸਵੀ ਨੂੰ ਯੂਨਾਈਟਿਡ ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। ਡੱਚਾਂ ਨੇ ਭਾਰਤ ਵਿੱਚ ਪੁਲੀਕਟ, ਸੂਰਤ, ਚਿਨਸੂਰਾ, ਨਾਗਪਟਮ ਅਤੇ ਕੋਚੀਨ ਵਿੱਚ ਕਾਰਖਾਨੇ ਸਥਾਪਿਤ ਕੀਤੇ। 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। 1707 ਈਸਵੀ ਵਿੱਚ ਵਿਲੀਅਮ ਹਾਕਿਨਸ ਭਾਰਤ ਆਇਆ, ਪਰ ਉਹ ਜਹਾਂਗੀਰ ਤੋਂ ਵਪਾਰ ਸਹੂਲਤਾਂ ਨਹੀਂ ਲੈ ਸਕਿਆ। 1618 ਈਸਵੀ ਵਿੱਚ ਬਹਾਦਰ ਬਾਦਸ਼ਾਹ ਜੇਮਜ਼ ਪਹਿਲੇ ਨੇ ਸਰ ਥਾਮਸ ਰੋ ਨੂੰ ਆਪਣਾ ਰਾਜਦੂਤ ਬਣਾ ਕੇ ਮੁਗਲ ਦਰਬਾਰ ਭੇਜਿਆ। ਉਹ ਮੁਗਲ ਸਰਕਾਰ ਤੋਂ ਅੰਗਰੇਜ਼ਾਂ ਲਈ ਸੂਰਤ ਵਿੱਚ ਵਪਾਰ ਕਰਨ ਅਤੇ ਉੱਥੇ ਕਾਰਖਾਨੇ ਸਥਾਪਿਤ ਖੋਲ੍ਹਣ ਦੀ ਆਗਿਆ ਪ੍ਰਾਪਤ ਕਰਨ ਵਿੱਚ ਸਫਲ ਰਿਹਾ। ਅੰਗਰੇਜ਼ਾਂ ਨੇ ਸੂਰਤ, ਅਹਿਮਦਾਬਾਦ, ਬੜੌਚ ਵਿੱਚ ਕਾਰਖਾਨੇ ਸਥਾਪਿਤ ਕਰ ਲਏ। ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਵਿੱਚ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਅੰਗਰੇਜ਼ਾਂ ਵਿਚਕਾਰ ਹੋਈ। ਇਸ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ। ਇਸ ਲੜਾਈ ਦਾ ਮੁੱਖ ਕਾਰਨ ਅੰਗਰੇਜ਼ਾਂ ਵੱਲੋਂ ਕਲਕੱਤੇ ਦੀ ਕਿਲ੍ਹਾਬੰਦੀ ਕਰਨਾ, ਅੰਗਰੇਜ਼ਾਂ ਵੱਲੋਂ ਮੁਗਲ ਬਾਦਸ਼ਾਹ ਫ਼ਰਰੁਖਸ਼ੀਰ ਵੱਲੋਂ ਮਿਲੀਆਂ ਵਪਾਰਕ ਸਹੂਲਤਾਂ ਦੀ ਦੁਰਵਰਤੋਂ ਕਰਨਾ ਅਤੇ ਅੰਗਰੇਜ਼ਾਂ ਵੱਲੋਂ ਸਿਰਾਜੂਦੌਲਾ ਦੇ ਵਿਰੋਧੀਆਂ ਨੂੰ ਸ਼ਰਨ ਦੇਣਾ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਬੰਗਾਲ ਤੋਂ ਪ੍ਰਭਾਵ ਕਾਫੀ ਵੱਧ ਗਿਆ। 23 ਜੂਨ 1757 ਨੂੰ ਰਾਬਰਟ ਕਲਾਈਵ ਦੀ ਪੁਰਜ਼ੋਰ ਅਗਵਾਈ ਵਿੱਚ ਅੰਗਰੇਜ਼ਾਂ ਨੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਨੂੰ ਪਲਾਸੀ ਦੀ ਲੜਾਈ ਵਿੱਚ ਹਰਾ ਦਿੱਤਾ। 1764 ਈਸਵੀ ਵਿੱਚ ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ, ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੀਆਂ ਸੰਯੁਕਤ ਸੈਨਾਵਾਂ ਵਿਚਕਾਰ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਇਸ ਲੜਾਈ ਦਾ ਮੁੱਖ ਕਾਰਨ ਮੀਰ ਕਾਸਿਮ ਦੇ ਸੁਧਾਰ ਅਤੇ ਉਸ ਵੱਲੋਂ ਅੰਗਰੇਜ਼ੀ ਕੈਦੀਆਂ ਦਾ ਕਤਲ। ਬਕਸਰ ਦੀ ਲੜਾਈ ਇਲਾਹਾਬਾਦ ਦੀ ਸੰਧੀ 1765 ਨਾਲ ਸਮਾਪਤ ਹੋਈ। 1764 ਵਿੱਚ ਅੰਗਰੇਜ਼ਾਂ ਨੇ ਬਕਸਰ ਦੇ ਯੁੱਧ ਵਿੱਚ ਮੀਰ ਕਾਸਿਮ ਨੂੰ ਹਰਾ ਕੇ ਬੰਗਾਲ 'ਤੇ ਅਧਿਕਾਰ ਕਰ ਲਿਆ।
1664 ਈਸਵੀ ਵਿੱਚ ਫਰਾਂਸੀਸੀ ਬਾਦਸ਼ਾਹ ਲੂਈ 14ਵੇਂ ਅਤੇ ਉਸ ਦੇ ਪ੍ਰਸਿੱਧ ਮੰਤਰੀ ਕੋਲਬਰਟ ਦੇ ਯਤਨਾਂ ਵਜੋਂ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। ਭਾਰਤ ਵਿੱਚ ਪਾਂਡੀਚਰੀ ਅਤੇ ਚੰਦਰ ਨਗਰ ਫਰਾਂਸੀਸੀਆਂ ਦੀਆਂ ਮੁੱਖ ਬਸਤੀਆਂ ਸਨ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਦੱਖਣ ਵਿੱਚ ਸਰਬ ਉੱਚਤਾ ਕਾਇਮ ਕਰਨ ਦੇ ਉਦੇਸ਼ ਨਾਲ 1746 ਈਸਵੀ ਤੋਂ ਲੈ ਕੇ 1763 ਈਸਵੀ ਤੱਕ ਕਰਨਾਟਕ ਦੇ 3 ਯੁੱਧ ਹੋਏ। ਕਰਨਾਟਕ ਦਾ ਪਹਿਲਾ ਯੁੱਧ 1746-48 ਈਸਵੀ ਵਿੱਚ ਹੋਇਆ, ਜੋ ਐਕਸਲਾ-ਸੇਪਲ ਦੀ ਸੰਧੀ 1748 ਅਨੁਸਾਰ ਸਮਾਪਤ ਹੋਇਆ। ਕਰਨਾਟਕ ਦਾ ਦੂਸਰਾ ਯੁੱਧ 1749-55 ਈਸਵੀ ਵਿੱਚ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਕਾਰ ਹੋਇਆ, ਜਿਸ ਵਿੱਚ ਅੰਗਰੇਜ਼ਾਂ ਦੇ ਪ੍ਰਭਾਵ ਵਿੱਚ ਵਾਧਾ ਹੋਇਆ। ਇਹ ਯੁੱਧ ਪਾਂਡੀਚੇਰੀ ਦੀ ਸੰਧੀ 1755 ਨਾਲ ਸਮਾਪਤ ਹੋਇਆ। ਕਰਨਾਟਕ ਦਾ ਤੀਸਰਾ ਯੁੱਧ 1758-63 ਈਸਵੀ ਵਿੱਚ ਵਾਡੀਵਾਸ ਦੀ ਥਾਂ 'ਤੇ ਹੋਇਆ, ਜਿਸ ਵਿੱਚ ਅੰਗਰੇਜ਼ ਜੇਤੂ ਰਹੇ। ਅੰਗਰੇਜ਼ਾਂ ਦੀ ਸਫਲਤਾ ਦੇ ਕਾਰਨ ਅੰਗਰੇਜ਼ੀ ਕੰਪਨੀ ਦਾ ਨਿੱਜੀ ਸਰੂਪ ਹੋਣਾ, ਅੰਗਰੇਜ਼ਾਂ ਦੀ ਚੰਗੀ ਆਰਥਿਕ ਹਾਲਤ, ਅੰਗਰੇਜ਼ਾਂ ਦੀ ਚੰਗੀ ਸਮੁੰਦਰੀ ਤਾਕਤ, ਸ਼ਕਤੀ, ਅੰਗਰੇਜ਼ਾਂ ਦਾ ਸਹੀ ਰਸਤੇ ਤੋਂ ਭਾਰਤ ਆਉਣਾ, ਅੰਗਰੇਜ਼ਾਂ ਦੇ ਯੋਗ ਜਨਰਲ, ਫਰਾਂਸ ਦਾ ਯੂਰਪ ਵਿੱਚ ਉਲਝੇ ਹੋਣਾ। ਦੁਹਰਾਈ: ਯੂਰਪ ਵਿੱਚ ਸਭ ਤੋਂ ਪਹਿਲਾਂ ਵਪਾਰ ਲਈ ਭਾਰਤ ਆਏ ਪੁਰਤਗਾਲੀ। 1510 ਈਸਵੀ ਵਿੱਚ ਕਿਸ ਨੇ ਗੋਆ 'ਤੇ ਅਧਿਕਾਰ ਕੀਤਾ? ਅਲਬੁਕਰਕ ਨੇ। ਡੱਚ ਕਿੱਥੋਂ ਦੇ ਵਾਸੀ ਸਨ? ਹਾਲੈਂਡ ਦੇ। ਪਲਾਸੀ ਦੀ ਲੜਾਈ ਕਦੋਂ ਹੋਈ? 1757 ਈਸਵੀ। ਬਕਸਰ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ? ਅੰਗਰੇਜ਼। ਠੀਕ ਹੈ, ਇਹ ਸੀ ਆਪਣੀ ਮਹੱਤਵਪੂਰਨ ਵੀਡੀਓ। ਇਹਨੂੰ ਧਿਆਨ ਨਾਲ ਸੁਣ ਲਿਓ, ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰਿਓ, ਅੱਗੇ ਸ਼ੇਅਰ ਕਰ ਦਿਓ, ਕਮੈਂਟ ਕਰਿਓ। ਧੰਨਵਾਦ ਜੀ।